Dear students, Rashnikol lecturer English here. The translation of the lesson, The Barbers Trade Union. It's written by Mulkraj Anand. Mulkraj Anand was an Indian writer in English. Mulkraj Anand Indian writer in English, they one of the pioneers of Indian English fiction. He together with R. K. Narayanan, M. Dali and Raja Rao was one of the first India-based writers in English to gain an international readership. ਉਹ ਆਰ ਕੇ ਨਾਰਾਇਣਨ, ਅਹਿਮਦ ਅਲੀ ਅਤੇ ਮੁਲਕਰਾਜ ਆਨੰਦ ਸਤੰਭ ਸਨ ਇੰਡੋ ਇੰਗਲਿਸ਼ ਫਿਕਸ਼ਨ ਦੇ ਜਾਂ ਕਹਾਣੀਆਂ ਦੇ, ਅਤੇ ਉਹ ਇੱਕ ਇੰਡੀਆ ਬੇਸ ਦੇ ਮਹਾਨ ਰਾਈਟਰਸ ਦੇ ਵਿੱਚੋਂ ਇੰਗਲਿਸ਼ ਦੇ ਇੱਕ ਰਾਈਟਰ ਸਨ ਜਿਨ੍ਹਾਂ ਦੀ ਇੰਟਰਨੈਸ਼ਨਲ ਜਿਨ੍ਹਾਂ ਦੇ ਪਾਠਕ ਸਨ। ਹੀ ਵਾਜ਼ ਬੋਰਨ ਇਨ ਪਿਸ਼ਾਵਰ ਦੇ ਵਿੱਚ ਪੈਦਾ ਹੋਏ। ਆਨੰਦ ਡਿਸਕ੍ਰਾਈਬ ਹਿਮਸੈਲਫ ਐਜ਼ ਵਨ ਆਫ ਦ ਮੈਨੀ ਗਰੂਪਿੰਗ ਯੰਗ ਮੈਨ ਆਫ ਹਿਸ ਜਨਰੇਸ਼ਨ who had begun to question everything in their background, to look away from the big houses and to feel the misery of the inert, disease-ridden, underfed and illiterate people. ਆਨੰਦ ਨੇ ਆਪਣੇ ਆਪ ਨੂੰ ਇੱਕ ਉਸ ਯੰਗ ਮੈਨ ਦੇ ਤੌਰ 'ਤੇ ਦੱਸਿਆ। ਗਰੋਵ ਮੀਨਿੰਗ ਜਨਰੇਸ਼ਨ ਹਨੇਰੇ ਵਿੱਚ ਟੱਕਰਾਂ ਮਾਰ ਰਹੀ ਸੀ ਅਤੇ ਜਿਨ੍ਹਾਂ ਕੋਲ ਪ੍ਰਸ਼ਨ ਸੀ ਕਿ ਉਹਨਾਂ ਨੇ ਹਰ ਇੱਕ ਚੀਜ਼ ਦੇ ਲਈ ਉਹਨਾਂ ਨੂੰ ਸਫਰਿੰਗ ਦੇ ਲਈ, ਉਹਨਾਂ ਦੀਆਂ ਬਿਮਾਰੀਆਂ ਦੇ ਲਈ ਅਤੇ ਉਹਨਾਂ ਦੀ ਅਨਪੜ੍ਹਤਾ ਅਤੇ ਹੋਰ ਦੁੱਖ ਦਰਦ ਦੇ ਲਈ ਉਹਨਾਂ ਨੂੰ ਵੱਡੇ ਲੋਕਾਂ ਵੱਲ ਦੇਖਣਾ ਪੈਂਦਾ ਸੀ। ਅੰਡਰਫੈਡ ਮੀਨਿੰਗ ਪੂਰਾ ਭੋਜਨ ਨਾ ਮਿਲਣਾ ਖਾਣ ਦੇ ਲਈ, ਖੁਰਾਕ। ਆਨੰਦ ਹੂ ਵਾਜ਼ ਡੀਪਲੀ ਇਨਫਲੂਐਂਸਡ ਬਾਏ ਮਾਰਕਸਿਜ਼ਮ, ਆਨੰਦ ਦੇ ਉੱਪਰ ਮਾਰਕਸਿਜ਼ਮ ਦਾ ਪ੍ਰਭਾਵ ਸੀ। ਯੂਜ਼ਡ ਹਿਜ਼ ਨੋਵਲਸ ਟੂ ਮੇਕ ਬਰੋਡ ਅਟੈਕਸ ਔਨ ਵੇਰੀਅਸ ਐਲੀਮੈਂਟਸ ਆਫ ਇੰਡੀਆ ਸੋਸ਼ਲ ਸਟਰਕਚਰ ਐਂਡ ਦ ਬ੍ਰਿਟਿਸ਼ ਰੂਲ ਔਨ ਇੰਡੀਆ। ਉਹਨੇ ਬ੍ਰਿਟਿਸ਼ ਰੂਲ ਇੰਡੀਆ ਦੇ ਉੱਪਰ ਅਤੇ ਇੰਡੀਆ ਦੇ ਸੋਸ਼ਲ ਸਟਰਕਚਰ ਦੇ ਉੱਪਰ ਬਹੁਤ ਜ਼ਿਆਦਾ ਰੁਖ ਦੇ ਨਾਲ ਲਿਖਿਆ। ਦ ਮੋਰਨਿੰਗ ਫੇਸ ਵਨ ਹਿਮ ਦਾ ਸਾਹਿਤ ਅਕੈਡਮੀ ਅਵਾਰਡ, ਅਤੇ ਮੋਰਨਿੰਗ ਫੇਸ ਜੋ 1968 ਵਿੱਚ ਲਿਖਿਆ ਸੀ ਉਸਨੂੰ ਅਕੈਡਮੀ ਦਾ ਅਵਾਰਡ ਮਿਲਿਆ। ਦ ਬਾਰਬਰਸ ਟ੍ਰੇਡ ਯੂਨੀਅਨ ਇਜ਼ ਟੇਕਨ ਫਰੋਮ ਦ ਬਾਰਬਰਸ ਟ੍ਰੇਡ ਯੂਨੀਅਨ ਐਂਡ ਅਦਰ ਸਟੋਰੀਜ਼। ਇੱਕ ਬਾਰਬਰ ਟ੍ਰੇਡ ਯੂਨੀਅਨ ਵਿੱਚੋਂ ਲਿਆ ਗਿਆ। ਚੰਦੂ a barber boy, you have to remember that Chandu was a barber boy, is the protagonist of the story. Oh, protagonist main character है कहानी दा। He is a close friend of the narrator, narrator दा दोस्त है। The later calls him one of the makers of India, ਅਤੇ later narrator ਦੇ ਲਈ ਵਰਤਿਆ ਗਿਆ, writer ਦੇ ਲਈ ਵਰਤਿਆ ਗਿਆ। ਉਹ ਚੰਦੂ ਨੂੰ ਇੰਡੀਆ ਨੂੰ ਬਣਾਉਣ ਵਾਲਿਆਂ ਵਿੱਚੋਂ ਇੱਕ ਮੰਨਦਾ ਹੈ। ਚੰਦੂ being senior by about 6 months to the narrator ਟੇਕਸ ਲੀਡ ਇਨ ਆਲ ਮੈਟਰ। ਚੰਦੂ ਜਿਹੜਾ ਕਿ ਲੇਖਕ ਤੋਂ 6 ਮਹੀਨੇ ਵੱਡਾ ਹੈ, ਉਹ ਹਰ ਗੱਲ ਦੇ ਵਿੱਚ ਉਸਦੀ ਅਗਵਾਈ ਕਰਦਾ ਹੈ। ਹੀ ਇਜ਼ ਵੈਰੀ ਫੌਂਡ ਆਫ ਹਿਜ਼ ਬॉयਿਸ਼ ਪ੍ਰੈਂਕਸ, ਉਹ ਇਸ ਦੀਆਂ ਬੱਚਿਆਂ ਵਾਲੀਆਂ ਲੜਕਪਨ ਦੀਆਂ ਸ਼ਰਾਰਤਾਂ ਨੂੰ ਬਹੁਤ ਪਸੰਦ ਕਰਦਾ ਹੈ ਚੰਦੂ ਦੀਆਂ ਨੂੰ। ਹੀ ਲਾਈਕਸ ਕੈਚਿੰਗ ਵੈਸ, ਉਹ ਸਕੁਈਜ਼ਿੰਗ ਦ ਪੋਇਜ਼ਨ ਆਊਟ ਆਫ ਦੇਅਰ ਟੇਲਸ, ਉਹਨਾਂ ਦੀ ਟੇਲ ਦੇ ਵਿੱਚੋਂ ਪੋਇਜ਼ਨ ਕੱਢ ਦਿੰਦਾ। ਐਂਡ ਮੇਕਿੰਗ ਦੈਮ ਫਲਾਈ ਬਾਈ ਟਾਈਂਗ ਦੇਅਰ ਲੈਗਸ ਟੂ ਵਿਦ ਅ ਥ੍ਰੈਡ। ਇਹ ਉਸਦਾ ਬੜਾ ਜੋਕਿੰਗ ਕੰਮ ਸੀਗਾ ਜਾਂ ਸ਼ਰਾਰਤ ਸੀ ਉਸਦੀ ਕਿ ਉਹਨਾਂ ਦੀਆਂ ਲੈਗਸ ਨੂੰ ਇੱਕ ਥ੍ਰੈਡ ਦੇ ਨਾਲ ਬੰਨ੍ਹ ਕੇ ਉਡਾ ਦਿੰਦਾ ਸੀ। ਹੀ ਇਜ਼ ਕੁਆਇਟ ਐਕਸਪਰਟ ਇਨ ਮੇਕਿੰਗ ਕਾਈਟਸ ਆਫ ਵੇਰੀਅਸ ਡਿਜ਼ਾਈਨਸ, ਅਤੇ ਫਿਰ ਉਹ ਅਲੱਗ-ਅਲੱਗ ਤਰ੍ਹਾਂ ਦੇ ਪਤੰਗ ਬਣਾਉਂਦਾ। ਅਲਾਸ ਇਨ ਸਪਾਈਟ ਆਫ ਦੀਸ ਟੇਲੈਂਟਸ ਹੀ ਇਜ਼ ਅ ਡਫਰ ਇਨ ਲਰਨਿੰਗ। ਅਲਾਸ ਦੁੱਖ ਦੀ ਗੱਲ ਹੈ, ਇੰਨੇ ਟੇਲੈਂਟ ਦੇ ਬਾਵਜੂਦ ਉਹ ਪੜ੍ਹਾਈ ਦੇ ਵਿੱਚ ਬਿਲਕੁਲ ਨਿਕੰਮਾ ਸੀ। ਚੰਦੂ ਵਾਜ਼ ਅ ਬਾਰਬਰ ਬਾਈ ਕਾਸਟ, ਉਸਦੀ ਕਾਸਟ ਕੀ ਸੀ? ਬਾਰਬਰ ਸੀ, ਨਾਈ ਸੀ ਕਾਸਟ ਉਸਦੀ। ਹੀ ਅਡੋਪਟਡ ਦ ਪ੍ਰੋਫੈਸ਼ਨ ਆਫ ਹਿਜ਼ ਫਾਦਰ, ਅਤੇ ਉਸਨੇ ਆਪਣੇ ਪਿਤਾ ਦੇ ਕੰਮ ਨੂੰ ਅਪਣਾ ਲਿਆ। ਐਜ਼ ਹੀ ਵਾਜ਼ ਕੰਸੀਡਰਡ ਅ ਮੈਂਬਰ ਆਫ ਅ ਲੋ ਕਾਸਟ, ਕਿਉਂਕਿ ਉਸਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਦ ਅਦਰ ਸੋ ਕਾਲਡ ਪੀਪਲ ਆਫ ਹਾਈ ਕਾਸਟ ਯੂਜ਼ ਟੂ ਇਨਸਲਟ ਹਿਮ ਐਂਡ ਸਵੀਅਰ ਐਟ ਹਿਮ, ਦੂਸਰੇ ਉੱਚੀਆਂ ਜਾਤਾਂ ਦੇ ਲੋਕ ਉਸਦੀ ਇਨਸਲਟ ਕਰਦੇ। ਇਨ ਦ ਐਂਡ ਹੀ ਡਿਸਾਈਡਡ ਟੂ ਗੋ ਔਨ ਸਟ੍ਰਾਈਕ ਐਂਡ ਸਟਾਪ ਵਿਜ਼ਿਟਿੰਗ ਪੀਪਲਸ ਹੋਮਸ, ਅਤੇ ਅੰਤ ਦੇ ਵਿੱਚ ਕੀ ਕਰਦਾ? ਉਹ ਸਟ੍ਰਾਈਕ ਕਰ ਦਿੰਦਾ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਬੰਦ ਕਰ ਦਿੰਦਾ। ਹੀ ਓਪਨਡ ਹਿਜ਼ ਓਨ ਸ਼ੋਪ ਐਂਡ ਦ ਵਿਲੇਜਰਸ ਹੈਡ ਟੂ ਗੋ ਦੇਅਰ ਟੂ ਗੈਟ ਦੈਮਸੈਲਵਸ ਸ਼ੇਵਡ, ਆਪਣੀ ਦੁਕਾਨ ਖੋਲ੍ਹਦਾ ਅਤੇ ਪਿੰਡ ਦੇ ਲੋਕ ਉੱਥੇ ਸ਼ੇਵ ਕਰਾਉਣ ਲਈ ਜਾਂਦੇ ਆ। ਇਹ ਇਸ ਲੈਸਨ ਦੀ ਸਟਾਰਟਿੰਗ ਹੈ ਕਿ ਸਾਰੀ ਕਹਾਣੀ ਚੰਦੂ ਦੇ ਦੁਆਲੇ ਘੁੰਮਦੀ ਹੈ, ਜਿਹੜਾ ਕਿ ਇੱਕ ਬਾਰਬਰ ਹੈ, ਜਾਤੀ ਦਾ ਨਾਈ ਹੈ, ਅਤੇ ਉਹ ਲੋਕਾਂ ਦੀ ਸ਼ੇਵ ਕਰਨ ਦੇ ਲਈ ਜਾਂਦਾ। ਪਰ ਜਦ ਲੋਕ ਉਸ ਨਾਲ ਚੰਗਾ ਸਲੂਕ ਨਹੀਂ ਕਰਦੇ ਤਾਂ ਉਹ ਬਾਈਕਾਟ ਕਰ ਦਿੰਦਾ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਨਹੀਂ ਜਾਂਦਾ। ਅਮੰਗ ਦ ਮੇਕਰਸ ਆਫ ਮਾਡਰਨ ਇੰਡੀਆ, ਚੰਦੂ ਦ ਬਾਰਬਰ ਬਾਏ ਆਫ ਵਿਲੇਜ ਹੈਜ਼ ਅ ਪਲੇਸ ਵਿਚ ਵਿਲ ਬੀ ਡਿਨਾਈਡ ਹਿਮ ਅਨਲੈਸ ਆਈ ਪ੍ਰੈਸ ਫਾਰ ਦ ਰਿਕੋਗਨੀਸ਼ਨ ਆਫ ਹਿਜ਼ ਕੰਟਰੀਬਿਊਸ਼ਨ ਟੂ ਹਿਸਟਰੀ। ਲੇਖਕ ਸ਼ੁਰੂ ਗੱਲ ਇੱਥੋਂ ਕਰਦਾ ਕਿ ਚੰਦੂ ਜਿਹੜਾ ਕਿ ਸਾਡੇ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਦੇ ਵਿੱਚੋਂ ਇੱਕ ਹੈ, ਬਾਰਬਰ ਬॉय ਹੈ, ਜਾਤੀ ਦਾ ਲੋਅ ਕਾਸਟ ਦਾ ਚਾਹੇ,
ਤੇ ਜੇ ਮੈਂ ਉਸ ਨੂੰ ਮਾਨਤਾ ਨਾ ਦਿਆਂ ਕਿ ਜੋ ਉਸਨੇ ਹਿਸਟਰੀ ਵਿੱਚ ਯੋਗਦਾਨ ਪਾਇਆ ਤਾਂ ਫਿਰ ਉਸਦੀ ਹੋ ਜਾਏਗਾ। Chandu's peculiar claim to recognition rested to tell the truth on an exploit of which he didn't know the full significance। ਅਤੇ ਚੰਦੂ ਦੀ ਮਾਨਤਾ ਦਾ ਦਾਅਵਾ ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਸੱਚਾਈ ਨੂੰ ਬਿਆਨ ਕਰਦੇ ਹੋਏ ਇੱਕ ਬਹਾਦਰੀ ਭਰੇ ਕੰਮ ਦੇ ਉੱਪਰ ਉਹ ਮਹਾਨਤਾ ਨਹੀਂ ਸੀ ਜਾਣਦਾ ਸੀ। ਬਟ ਦੈਨ ਅਨਲਾਈਕ ਮੋਸਟ ਗ੍ਰੇਟ ਮੈਨ ਆਫ ਇੰਡੀਆ ਟੂਡੇ ਹੀ ਹੈਡ ਨੋ ਵੈਰੀ ਐਕਸਜੇਟਡ ਨੋਸ਼ਨ ਆਫ ਅੱਜ ਦੇ ਭਾਰਤ ਦੇ ਮਹਾਨ ਬੰਦਿਆਂ ਦੀ ਤਰ੍ਹਾਂ ਉਸਨੇ ਕਦੇ ਵੀ ਆਪਣੀ ਮਹਾਨਤਾ ਨੂੰ ਵਧਾ ਚੜ੍ਹਾ ਕੇ ਦੱਸਣ ਦੀ ਸੂਝ-ਬੂਝ ਨਹੀਂ ਸੀ। ਐਕਸਜੇਟ ਮੀਨਿੰਗ ਵਧਾ ਚੜ੍ਹਾ ਕੇ ਦੱਸਣਾ। ਥਾਊ ਹੀ ਸ਼ੇਅਰਡ ਵਿਦ ਦੈਮ ਅ ਸਰਟਨ ਨੇਟਿਵ ਈਗੋਇਜ਼ਮ, ਚਾਹੇ ਕਿ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਅਹਿਮੀਅਤ ਸੀ which was sometimes disconcerting and sometimes rather charming, ਜਿਹੜੀ ਕਦੇ ਘਬਰਾਉਣ ਵਾਲਾ ਸੀ ਅਤੇ ਕਦੇ-ਕਦੇ ਉਸਦਾ ਕੰਮ ਆਕਰਸ਼ਿਤ ਕਰਨ ਵਾਲਾ ਸੀ। I knew Chandu ever since the days when he wore a piece of rag in the middle of his naked, distended, bellied body। ਮੈਂ ਚੰਦੂ ਨੂੰ ਉਹਨਾਂ ਦਿਨਾਂ ਤੋਂ ਜਾਣਦਾ ਹਾਂ ਜਦੋਂ ਕਿ ਉਸਦੇ ਕੀ ਹੈ ਸਿਰਫ ਇੱਕ ਮੋਟੇ ਸਰੀਰ ਦੇ ਉੱਪਰ ਇੱਕ ਛੋਟਾ ਜਿਹਾ ਕੱਪੜਾ ਪਾਉਂਦਾ ਸੀ, ਰੈਗ ਪੇਟ ਸੀ। And when he wallowed together in the mire of the village lanes, and he wallowed meaning to roll oneself, ਜਦੋਂ in the mire meaning deep mud, ਚਿੱਕੜ ਦੇ ਵਿੱਚ ਵਿਲੇਜ ਪਿੰਡ ਦੀਆਂ ਗਲੀਆਂ ਵਿੱਚ playing at soldiering, shopkeeping or clerking and other little games which we invented for the delectation of our two selves। ਅਤੇ ਉਹ ਗੇਮ ਦੀ ਕਦੇ ਦੁਕਾਨਦਾਰ ਬਣਦਾ ਕਦੇ ਕਲਰਕ ਅਤੇ ਹੋਰ ਗੇਮਸ ਉਹ ਖੇਲ ਅਸੀਂ ਇਨਵੈਂਟ ਕੀਤੀਆਂ ਸੀ, ਖੋਜ ਕੀਤੀਆਂ ਸੀ। ਡਿਲੈਕਟੇਸ਼ਨ ਮੀਨਿੰਗ ਇੰਜੋਏਮੈਂਟ, ਆਪਣੇ ਖੁਸ਼ੀ ਦੇ ਲਈ। ਆਫ ਆਵਰ ਟੂ ਸੈਲਵਸ ਐਂਡ ਆਫ ਆਵਰ ਮਦਰਸ ਹੂ ਅਲੋਨ ਆਫ ਆਲ ਦਾ ਐਲਡਰਸ ਕੰਡੈਂਸ ਟੂ ਨੋਟਿਸ ਅਸ, ਅਤੇ ਹੋਰ ਸਾਰੇ ਐਲਡਰ ਦੇ ਵਿੱਚੋਂ ਜਿਹੜੀਆਂ ਸਾਨੂੰ ਸਾਡਾ ਧਿਆਨ ਰੱਖਣ ਦੇ ਲਈ ਉਹ ਆਉਂਦੀਆਂ ਸੀ। ਚੰਦੂ ਵਾਜ਼ ਮਾਈ ਸੀਨੀਅਰ ਬਾਏ about 6 months। Chandu mere nalon 6 months vadda। Answer to the first question from your book, what was the age difference between Chandu and the narrator? Chandu was a difference of about 6 months। He always took the lead in all matters ਅਤੇ ਉਹ ਸਾਰੇ ਗੱਲਾਂ ਵਿੱਚ ਮੇਰੇ ਨਾਲੋਂ ਅੱਗੇ ਸੀ। And I willingly followed because truly he was a genius catching wasps and at pressing the poison out of their tails, meaning ਪਰਿੰਡਾਂ ਨੂੰ ਪਕੜਨ ਦੇ ਵਿੱਚ ਮਾਹਰ ਸੀ ਅਤੇ ਉਹਨਾਂ ਦੇ ਪੋਇਜ਼ਨ ਕੱਢ ਦਿੰਦਾ। ਐਟ ਟਾਈਂਗ ਦੇਅਰ ਟਾਈਨੀ ਲੈਗਸ ਟੂ ਕਾਟਨ ਥਰੈਡ, ਅਤੇ ਕਾਟਨ ਥਰੈਡ ਦੇ ਨਾਲ ਉਹਨਾਂ ਦੀਆਂ ਲੱਤਾਂ ਨੂੰ ਬੰਨ੍ਹ ਦਿੰਦਾ ਅਤੇ ਫਿਰ ਉਹਨਾਂ ਨੂੰ ਉਡਾ ਦਿੰਦਾ। ਵਾਈਲ ਆਈ ਆਲਵੇਜ਼ ਗੋਟ ਸਟੰਗ ਔਨ ਦ ਚੀਜ਼, ਅਤੇ ਜਦੋਂ ਕਿ ਮੇਰੇ ਹਮੇਸ਼ਾ ਉਹ ਡੰਗ ਮਾਰ ਦਿੰਦੀਆਂ। ਇਫ ਆਈ ਡੇਅਰ ਟੂ ਗੋ ਐਨੀਵੇਅਰ ਨੀਅਰ ਦ ਪਲੇਟਫਾਰਮ ਆਫ ਦ ਵਿਲੇਜ ਵੈਲ ਵੇਅਰ ਦੀਜ਼ ਇਨਸੈਕਟ ਸੈਟਲਡ ਔਨ ਦ ਪਡਲਸ ਟੂ ਡਰਿੰਕ ਵਾਟਰ, ਅਤੇ ਜੇ ਮੈਂ ਕਦੇ ਵੀ ਆਪਣੀਆਂ ਖੇਡਾਂ ਦੇ ਲਈ ਖੂਹ ਦੇ ਨੇੜੇ ਜਾਣ ਦਾ ਹੌਸਲਾ ਕਰਦਾ ਸੀ ਜਿੱਥੇ ਇਹ ਭੂੰਡ ਪਾਣੀ ਪੀਣ ਦੇ ਲਈ ਹੁੰਦੇ ਸੀ। ਪਡਲਸ ਮੀਨਿੰਗ ਡੂੰਘੇ। ਵੈਨ ਵੀ ਗ੍ਰੂ ਅਪ ਹੀ ਸਟਿਲ ਸੀਮ ਟੂ ਮੀ ਦ ਇੰਬੋਡੀਮੈਂਟ ਆਫ ਪਰਫੈਕਸ਼ਨ, ਜਦੋਂ ਵੱਡਾ ਹੋ ਗਿਆ ਤਾਂ ਮੈਨੂੰ ਲੱਗਦਾ ਸੀ ਕਿ ਮੇਰੇ ਨਾਲੋਂ ਉਹ ਪ੍ਰਤਿਭਾਸ਼ਾਲੀ ਸੀ। ਬਿਕਾਜ਼ ਹੀ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ ਆਫ ਸੱਚ ਇੰਟਰੀਕੇਟ ਡਿਜ਼ਾਈਨ ਐਂਡ ਸੱਚ ਬੈਲੈਂਸ ਐਜ਼ ਆਈ ਕੁਡ ਨੈਵਰ ਅਚੀਵ, ਕਿਉਂਕਿ ਇਸ ਤਰ੍ਹਾਂ ਪੇਪਰ ਕਾਈਟਸ ਬਣਾ ਸਕਦਾ ਸੀ ਜਿਸ ਤਰ੍ਹਾਂ ਦੇ ਮੈਂ ਕਦੇ ਵੀ ਨਹੀਂ ਬਣਾ ਸਕਿਆ। And answer to the second question, why did the narrator consider Chandu the embodiment of perfection for him? The narrator considered him the embodiment of perfection because he could make and fly paper kites of such intricate design and such balance as I could never achieve, ਕਿ ਇਸ ਤਰ੍ਹਾਂ ਦੇ ਪੇਪਰ ਕਾਈਟਸ ਬਣਾ ਸਕਦਾ ਸੀ ਜਿਹੜੇ ਕਿ ਲੇਖਕ ਕਦੇ ਵੀ ਨਹੀਂ ਬਣਾ ਸਕਿਆ। To be sure, he was not so good at doing sums at school as I was, ਅਤੇ ਯਕੀਨਨ ਹੀ ਸਕੂਲ ਵੀ ਉਹ ਮੇਰੇ ਵਾਂਗ ਸਵਾਲ ਨਹੀਂ ਸੀ ਕਰ ਸਕਦਾ। perhaps because his father apprenticed, ਸ਼ਾਇਦ ਕਿਉਂਕਿ ਉਸਦੇ ਪਿਤਾ he came early to the hereditary profession of the barber's caste and sent him out hair cutting in the village, ਸ਼ਾਇਦ ਇਸ ਕਰਕੇ ਕਿ ਉਸਦੇ ਪਿਤਾ ਨੇ ਉਹਦੇ ਕੰਮ ਵਾਸਤੇ ਪਿੰਡ ਵਿੱਚ ਭੇਜ ਦਿੱਤਾ ਸੀ ਅਤੇ ਉਹ ਲੋਕਾਂ ਦੇ ਵਾਲ ਕੱਟਣ ਦਾ ਕੰਮ ਕਰਦਾ ਸੀ। and had no time for the home task which our school master gave us, ਅਤੇ ਉਸਦੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਕਿ ਉਹ ਸਕੂਲ ਦਾ ਕੰਮ ਕਰ ਸਕੇ ਜਿਹੜਾ ਸਾਡਾ ਮਾਸਟਰ ਨੇ ਸਾਨੂੰ ਦਿੱਤਾ ਹੁੰਦਾ ਸੀ। and the third question, why was Chandu not good at doing sums at school? It will start from here. He was not at doing sums at school because he had no time for the home task which schoolmaster gave us, but he was better than I at reciting poetry। ਵਧੀਆ ਸੀ ਚੰਦੂ ਪੋਇਟਰੀ ਦੇ ਵਿੱਚ।
any day, for not only did he remember by rote meaning repeated, कि दोहरा के वर्सिस इन द टैक्सट बुक ਦੇ ਵਿੱਚੋਂ ਉਹ ਯਾਦ ਕਰ ਲੈਂਦਾ वर्सिस ਨੂੰ, but he could repeat the endless pages of prose in that book so that they seem like poetry। ਪਰ ਕਈ ਵਾਰ ਉਹ ਵਾਰਤਕ ਦੇ ਪੰਨੇ ਵੀ ਦੁਹਰਾ ਦਿੰਦਾ, ਉਹ ਪ੍ਰੋਜ਼ ਦੇ ਪੇਜ ਵੀ ਇਸ ਤਰ੍ਹਾਂ ਦੁਹਰਾਉਂਦਾ ਕਿ ਉਹ ਕਵਿਤਾ ਵਰਗੇ ਲੱਗਦੇ। My mother resented the fact that Chandu won a scholarship at school while I had to pay fee to be taught। ਮੇਰੀ ਮਾਤਾ ਇਸ ਗੱਲ ਦੀ ਸ਼ਿਕਾਇਤ ਕਰਦੀ, ਸ਼ਿਕਾਇਤ ਕਰਨਾ ਕਿ ਚੰਦੂ ਨੇ ਸਕੂਲ ਵਿੱਚ ਸਕਾਲਰਸ਼ਿਪ ਜਿੱਤ ਲਿਆ ਸੀ ਜਦੋਂ ਮੈਨੂੰ ਕਿ ਪੜ੍ਹਨ ਦੇ ਲਈ ਫੀਸ ਦੇਣੀ ਪੈਂਦੀ ਸੀ। ਐਂਡ ਸ਼ੀ ਕੌਨਸਟੈਂਟਲੀ dissuaded me, dissuade meaning ਮਨਾ ਕਰਨਾ, ਅਤੇ ਉਹ ਲਗਾਤਾਰ ਮੈਨੂੰ ਮਨਾ ਕਰਦੀ ਫਰੋਮ ਪਲੇਇੰਗ ਵਿਦ ਹਿਮ, ਕਿ ਉਸ ਦੇ ਨਾਲ ਨਾ ਖੇਡੇ। ਸੇਇੰਗ ਦੈਟ ਚੰਦੂ ਵਾਜ਼ ਏ ਲੋ ਕਾਸਟ ਬਾਰਬਰ ਸਨ, ਉਹ ਕਹਿੰਦੀ ਕਿ ਚੰਦੂ ਜਿਹੜਾ ਇੱਕ ਨੀਵੀਂ ਜਾਤੀ ਦੇ ਨਾਈ ਦਾ ਲੜਕਾ ਹੈ। ਐਂਡ ਦੈਟ ਆਈ ਆਊਟ ਟੂ ਕੀਪ ਅਪ ਦਾ ਸਟੇਟਸ ਆਫ ਮਾਈ ਕਾਸਟ ਐਂਡ ਕਲਾਸ, ਅਤੇ ਮੈਨੂੰ ਆਪਣੀ ਜਾਤੀ ਦੇ ਸਟੇਟਸ ਨੂੰ, ਦਰਜੇ ਨੂੰ ਅਤੇ ਆਪਣੀ ਜਾਤੀ ਨੂੰ ਦੇ ਸਨਮਾਨ ਵਾਸਤੇ ਅਜਿਹਾ ਕਰਨਾ ਚਾਹੀਦਾ ਹੈ। ਦਿਸ ਇਜ਼ ਆਂਸਰ ਟੂ ਦਾ ਨੈਕਸਟ ਕੁਐਸਚਨ ਫਰੋਮ ਯੂਅਰ ਬੁੱਕ। फोर्थ क्वेश्चन, वाई डिड द नरेटर्स मदर कॉन्सटेंटली डिसाइड हिम टू प्ले विद चंदू, कि लगातार क्यों मना करती सी? दिस इज आंसर बिकॉज ही वॉज फ्रॉम लो कास्ट। बट वट एवर इनेट आइडियाज़ आई हैड इनहेरिटेड फ्रॉम माई फोर फादर्स, पर इनेट मीनिंग मन दे विच होना, बॉर्न, पर ਜਿਹੜੇ ਜਮਾਂਦਰੂ ਗੁਣ ਆਪਣੇ ਪੈਤਰਿਕ ਤੋਂ, ਪੂਰਵਜਾਂ ਤੋਂ ਮੈਨੂੰ ਮਿਲੇ ਹੋਏ ਸੀ, ਫੋਰ ਫਾਦਰਸ ਤੋਂ, ਆਈ ਸਰਟਨਲੀ ਹੈਡ ਹੈਰਿਟਡ ਐਨੀ ਸੈਂਸ ਆਫ ਸਪੀਰਿਟੀ, ਕਿ ਮੈਂ ਆਪਣੇ ਪੂਰਵਜਾਂ ਤੋਂ ਕਦੇ ਵੀ ਜਿਹੜਾ ਯਕੀਨਨ ਹੀ ਵਧੀਆ ਹੋਣ ਦਾ ਗੁਣ ਗ੍ਰਹਿਣ ਨਹੀਂ ਸੀ ਕੀਤਾ। ਇੰਡੀਡ ਆਈ ਵਾਜ਼ ਆਲਵੇਜ਼ ਰਾਦਰ ਅਸ਼ੇਮਡ ਆਫ ਦਾ ਰੈੱਡ ਕਾਸਟ ਮਾਰਕ। ਦੂਸਰੇ ਪਾਸੇ ਕੀ ਸੀ, ਕਿਸ ਚੀਜ਼ ਵਿੱਚ ਨਰੇਟਰ ਨੂੰ ਸ਼ਰਮ ਮਹਿਸੂਸ ਹੁੰਦੀ ਸੀ? ਜਿਹੜਾ ਉਸਦੇ ਮੱਥੇ ਦੇ ਉੱਪਰ ਰੈੱਡ ਕਾਸਟ ਦਾ ਮਾਰਕ ਲੱਗਿਆ ਹੁੰਦਾ ਸੀ, ਤਿਲਕ ਲੱਗਿਆ ਹੁੰਦਾ ਸੀ, ਵਿਚ ਮਾਈ ਮਦਰ ਪੁੱਟ ਔਨ ਮਾਈ ਫੋਰਹੈਡ ਐਵਰੀ ਮੋਰਨਿੰਗ, ਜਿਹੜੀ ਮੇਰੀ ਮਾਤਾ ਹਰ ਸਵੇਰੇ ਮੇਰੇ ਲਗਾ ਦਿੰਦੀ। ਐਂਡ ਆਫ ਦਾ ਫਾਰਮਲਾਈਜ਼ ਪੈਟਰਨ ਆਫ ਦਾ ਅਜਕਨ, ਅਤੇ ਉਹ ਮੈਂ ਅਜਕਨ ਪਹਿਨਦਾ, ਦਾ ਟਾਈਟ ਕਾਟਨ ਟਰਾਊਜ਼ਰ, ਟਾਈਟ ਕਾਟਨ ਦਾ ਦੀ ਪਜਾਮੀ ਪਹਿਨਦਾ, ਦ ਗੋਲਡ ਵਰਕਡ ਸ਼ੂਜ਼, ਸੁਨਹਿਰੀ ਕੰਮ ਕੀਤੀ ਹੋਈ ਜੁੱਤੇ ਪਹਿਨਦਾ, ਐਂਡ ਦਾ ਸਿਲਕ ਟਰਬਨ, ਅਤੇ ਮੈਨੂੰ ਸਿਲਕ ਟਰਬਨ ਪਹਿਨਾ ਦਿੱਤੀ ਜਾਂਦੀ, ਇਨ ਵਿਚ ਆਈ ਡਰੈਸਡ, ਇਹ ਉਹ ਪਹਿਨਦਾ ਸੀ। ਦਿਸ ਵਾਜ਼ ਟਰਡੀਸ਼ਨਲ dress for the high caste people of those times। Writer of the chapter Mulk Raj Anand had to wear these clothes, and I long for the right to wear all the specular conglomeration of clothes। ਤਾਂ ਸੀ long for ਇੱਛਾ ਕਰਨਾ, specular conglomeration mean mixture ਹੋਣਾ ਉਸ ਕੱਪੜਿਆਂ ਦਾ, ਵਿੱਚ ਚੰਦੂ ਵੋਰ, ਜਿਹੜਾ ਚੰਦੂ ਪਾਉਂਦਾ ਸੀ। ਚੰਦੂ ਦੇ ਕੱਪੜੇ ਹਨ ਫਰੈਂਡ ਚੰਦੂ who was a barber, he wore a pair of khaki shorts which the retired ਸੂਬੇਦਾਰ ਹੈਡ ਗਿਵਨ ਹਿਮ, ਉਹ ਖਾਕੀ ਰੰਗ ਦੇ ਸ਼ਾਰਟਸ ਪਾਉਂਦਾ, ਨਿੱਕਰ ਪਾਉਂਦਾ ਜਿਹੜੀ ਸੂਬੇਦਾਰ ਨੂੰ ਉਸਨੂੰ ਦਿੱਤੀ ਸੀ। ਫੇਡ ਬਲੈਕ ਵੈਲਵਟ ਵੇਸਟ ਕੋਟ, ਕਮਰ ਤੱਕ ਉਸਦੇ ਇੱਕ ਮਖਮਲੀ ਵੇਸਟ ਕੋਟ ਹੋਇਆ ਹੁੰਦਾ। ਡੈਕੋਰੇਟਡ ਆਵਲਡ ਵਿਦ ਸ਼ੈਲ ਬਟਨਸ, ਕੌਡੀਆਂ ਦੇ ਉਸਦੇ ਬਟਨ ਦੀ ਸਜਾਵਟ ਹੁੰਦੀ। ਰਾਊਂਡ ਫੈਲਟ ਕੈਪ, ਅਤੇ ਇੱਕ ਉਸਦੀ ਕੀ ਹੈ ਗੋਲ ਟੋਪੀ ਹੁੰਦੀ। ਵੰਸ ਬਿਲੋਂਗ ਟੂ ਲਾਲਾ ਹੁਕਮ ਚੰਦ ਦਾ ਲਾਇਰ ਆਫ ਆਵਰ ਵਿਲੇਜ, ਜਿਹੜੀ ਇੱਕ ਵਾਰ ਸਾਡੇ ਪਿੰਡ ਦੇ ਕੋਲ ਸੀ, ਵਕੀਲ ਦੇ ਕੋਲ ਸੀ। ਹੁਕਮ ਚੰਦ ਕੌਣ, ਕਿਸ ਦਾ ਨਾਮ ਹੈ? ਹੀ ਵਾਜ਼ ਲਾਇਰ ਆਫ ਦੇਅਰ ਵਿਲੇਜ। ਐਂਡ ਆਈ ਐਨਵੀਡ ਦ ਚੰਦੂਜ਼ ਫਰੀਡਮ ਆਫ ਮੂਵਮੈਂਟ ਵਿਚ ਹੀ ਇੰਜੋਇਡ ਆਫਟਰ ਹਿਜ਼ ਫਾਦਰ ਡਾਈਡ ਆਫ ਪਲੇਗ, ਅਤੇ ਮੈਂ ਚੰਦੂ ਦੀ ਫਰੀਡਮ ਸੀ ਜਿਹੜੀ ਉਸਦੀ ਘੁੰਮਣ ਫਿਰਨ ਦੀ, ਉਸ ਦੇ ਨਾਲ ਮੈਂ ਈਰਖਾ ਕਰਦਾ, ਜਿਹੜੀ ਉਸਨੂੰ ਉਦੋਂ ਮਿਲੀ ਜਦੋਂ ਉਸਦਾ ਪਿਤਾ ਪਲੇਗ, ਉਹਦੀ ਡੈਥ ਹੋ ਗਈ ਸੀ ਪਲੇਗ ਦੇ ਨਾਲ। For then he would do the round of shaving and hair cutting at the houses of the high caste notables in the morning। ਉਦੋਂ ਉਹ ਸਵੇਰੇ ਆਪਣੇ ਰਾਊਂਡ 'ਤੇ ਜਾਂਦਾ, ਉੱਚੀ ਜਾਤ ਦੇ ਲੋਕ ਸੀ, ਉਹਨਾਂ ਦੇ ਘਰਾਂ ਵਿੱਚ ਜਾ ਕੇ ਵਾਲ ਕੱਟਦਾ ਅਤੇ ਉਹਨਾਂ ਦੀ ਸ਼ੇਵ ਕਰਦਾ। ਬੇਦ ਐਂਡ ਡਰੈਸ, ਉਹਨਾਂ ਡਰੈਸ, ਫਿਰ ਉਹ ਨਹਾਉਂਦਾ, ਕੱਪੜੇ ਪਹਿਨਦਾ, ਦੈਨ ਸਟੀਲ ਅ ਰਾਈਡ ਟੂ ਟਾਊਨ, ਫਿਰ ਉਹ ਕਸਬੇ ਵਿੱਚ ਚਲਾ ਜਾਂਦਾ। 6 miles away, ਕਿੰਨੀ ਦੂਰੀ 'ਤੇ ਸੀ ਟਾਊਨ ਉੱਥੋਂ? 6 ਮੀਲ ਦੀ ਦੂਰੀ 'ਤੇ। ਔਨ ਦਾ ਫੁੱਟ ਰੈਸਟ ਆਫ ਦਾ ਔਨ ਦਾ ਕਲੋਜ਼ਡ ਕੈਰੇਜ ਇਨ ਵਿੱਚ ਲਾਲਾ ਹੁਕਮ ਚੰਦ ਟਰੈਵਲ ਟੂ ਟਾਊਨ, ਉਹ ਲਾਲਾ ਹੁਕਮ ਚੰਦ ਦੀ ਉਸ ਜਿਹੜੀ ਕਿ ਸ਼ਹਿਰ ਨੂੰ ਲਿਜਾਣ ਵਾਲੀ ਸੀ, ਬੱਗੀ ਦੇ ਪਾਏਦਾਨ 'ਤੇ ਬੈਠ ਜਾਂਦਾ। ਬਟ ਚੰਦੂ ਵਾਜ਼ ਕਾਈਂਡ ਟੂ ਮੀ, ਪਰ ਚੰਦੂ ਮੇਰੇ ਪ੍ਰਤੀ ਦਿਆਲੂ ਸੀ। ਹੀ ਨਿਊ ਦੈਟ ਆਈ ਵਾਜ਼ ਸੈਲਡਮ ਟੇਕਨ ਟੂ ਟਾਊਨ, ਉਹ ਜਾਣਦਾ ਸੀ ਕਿ ਮੈਂ ਕਦੇ ਸ਼ਹਿਰ ਨਹੀਂ ਸੀ ਜਾਂਦਾ। ਐਂਡ ਦੈਟ ਆਈ ਹੈਡ ਟੂ ਟਰਸ 3 weary miles to a secondary school in the village of Chandiala with the fear of God in my heart। ਅਤੇ ਉਸਨੂੰ ਇਹ ਪਤਾ ਸੀ ਮੈਂ ਸਕੂਲ ਜੰਡਿਆਲਾ ਪਿੰਡ ਦੇ ਵਿੱਚ ਸੀ, ਅਤੇ ਮੈਨੂੰ 3 ਮੀਲ ਦੀ ਦੂਰੀ ਤੁਰ ਕੇ ਜਾਣਾ ਪੈਂਦਾ ਸੀ। ਟਰਸ ਮੀਨਿੰਗ ਥੱਕ ਜਾਂਦਾ ਸੀ ਤੁਰਨ ਦੇ ਨਾਲ। ਮੈਂ ਸੈਕੰਡਰੀ ਸਕੂਲ ਵਿੱਚ ਜਾਂਦਾ ਸੀ ਅਤੇ ਪਰਮਾਤਮਾ ਦਾ ਡਰ ਆਪਣੇ ਦਿਲ ਦੇ ਵਿੱਚ ਲੈ ਕੇ
ਜਾਂਦਾ। He had been completely absolved from the ordeal of being flogged by cruel master। ਜਦੋਂ ਕਿ absolve meaning ਉਹ ਮੁਕਤ ਹੋ ਚੁੱਕਿਆ ਸੀ ordeal ਹੁਕਮ ਨੂੰ ਮੰਨਣਾ, severe experience of being beaten up ਕੁੱਟ ਵਾਲੇ ਐਕਸਪੀਰੀਅੰਸ ਤੋਂ ਉਹ ਮੁਕਤ ਹੋ ਚੁੱਕਿਆ ਸੀ। ਹੀ ਹੈਡ ਲੈਫਟ ਸਕੂਲ ਆਫਟਰ ਹਿਸ ਫਾਦਰਸ ਡੈਥ, ਕਿਉਂਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਸਕੂਲ ਛੱਡ ਦਿੱਤਾ ਸੀ। ਸੋ ਹੀ ਆਲਵੇਜ਼ ਬੌਟ ਮੀ ਸਮ ਗਿਫਟ ਅਦਰ ਫਰੋਮ ਦਾ ਟਾਊਨ। ਉਹ ਹਮੇਸ਼ਾ ਮੇਰੇ ਲਈ ਦੂਸਰੇ ਟਾਊਨ ਤੋਂ ਕੋਈ ਤੋਹਫਾ ਲੈ ਕੇ ਆਉਂਦਾ। ਕਿਹੜੇ ਤੋਹਫੇ ਸੀ? ਪੇਂਟ ਬਰਸ਼ ਔਰ ਗੋਲਡ ਇੰਕ, ਸੁਨਹਿਰੀ ਇੰਕ ਲੈ ਕੇ ਆਉਂਦਾ, ਵਾਈਟ ਚੌਕ ਲੈ ਆਉਂਦਾ, ਔਰ ਡਬਲ ਐਜ਼ਡ ਪੈਨ ਨਾਈਫ ਜਾਂ ਦੋ ਧਾਰੀ ਚਾਕੂ ਲੈ ਕੇ ਆਉਂਦਾ, ਟੂ ਸ਼ਾਰਪਨ ਪੈਨਸਲਸ ਵੀ, ਉਹਦੇ ਨਾਲ ਮੈਂ ਪੈਨਸਲ ਸ਼ਾਰਪ ਕਰ ਸਕਦਾ ਸੀ। ਐਂਡ ਹੀ ਵੁੱਡ ਐਂਟਰਟੇਨ ਮੀ ਵਿਦ ਲੌਂਗ ਮੈਰੀ ਡਿਸਕ੍ਰਿਪਸ਼ਨਸ ਆਫ ਦਾ ਵਰਾਇਟੀ ਆਫ ਥਿੰਗਸ ਹੀ ਸੌ ਇਨ ਦਾ ਬਾਜ਼ਾਰਸ ਆਫ ਸਿਵਲਾਈਜੇਸ਼ਨ। ਅਤੇ ਫਿਰ ਮੈਨੂੰ ਬਹੁਤ ਜ਼ਿਆਦਾ ਉਹ ਵਿਆਖਿਆ ਦੇ ਨਾਲ ਦੱਸਦਾ ਉਹਨਾਂ ਚੀਜ਼ਾਂ ਬਾਰੇ ਜਿਹੜੀਆਂ ਉਸਨੇ ਸੱਭਿਅਤਾ ਦੇ ਬਾਜ਼ਾਰ। He was particularly detailed in his description of the wonderful English styles in clothes। ਕਰਦਾ ਕਿ ਉਹ ਡਿਸਕ੍ਰਿਪਸ਼ਨ ਬੜੇ ਵਿਸਥਾਰ ਨਾਲ ਦੱਸਦਾ ਜਿਹੜੇ ਅਜੀਬ ਤਰ੍ਹਾਂ ਦੇ ਅੰਗਰੇਜ਼ਾਂ ਦੇ ਕੱਪੜੇ ਸੀ। which he saw the ਸਾਹਿਬs and the lawyers, the ਚਪੜਾਸੀਜ਼ and the policemen wearing at the district court। ਕਿਉਂਕਿ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਜਾਂਦਾ ਸੀ, ਉੱਥੇ ਕਿਸ ਨੂੰ ਦੇਖਦਾ ਸੀ? ਪੁਲਿਸਮੈਨ ਨੂੰ, ਚਪੜਾਸੀ ਨੂੰ, ਸਾਹਿਬ ਨੂੰ ਅਤੇ ਲਾਇਰਸ ਨੂੰ, ਵਕੀਲਾਂ ਨੂੰ ਦੇਖਦਾ ਸੀ ਜਿਹੜੇ ਕੱਪੜੇ ਪਾਏ ਹੋਏ। where he had to wait for the journey home at the back of ਲਾਲਾ ਹੁਕਮ ਚੰਦ ਫੈਟਨ ਬੱਗੀ, ਜਿੱਥੇ ਕਿ ਉਸਨੂੰ ਵੇਟ ਕਰਨੀ ਪੈਂਦੀ ਸੀ ਘਰ ਆਉਣ ਦੇ ਵਾਸਤੇ ਲਾਲਾ ਹੁਕਮ ਚੰਦ ਦੀ ਬੱਗੀ। once or twice he expressed me a secret wish he had to steal some money from the picture where his mother kept amusements। ਇੱਕ ਦੋ ਵਾਰ ਉਸਨੇ ਮੈਨੂੰ ਆਪਣਾ ਸੀਕਰੇਟ ਦੱਸਿਆ, ਭੇਤ ਦੱਸਿਆ ਕਿ ਉਹ ਪਿਕਚਰ ਉਸ ਘੜੇ ਦੇ ਵਿੱਚੋਂ ਜਿੱਥੇ ਉਹਦੀ ਮਾਤਾ ਕਿਸ਼ਤਾਂ ਰੱਖਦੀ ਸੀ ਪੈਸਿਆਂ ਦੀਆਂ, ਉਹ 'ਚੋਂ ਪੈਸੇ ਨਿਕਾਲਣਾ ਚਾਹੁੰਦਾ ਸੀ। ਪ੍ਰੋਫੈਸ਼ਨਲ ਸਕਿੱਲ ਕਿਸ ਵਾਸਤੇ? ਟੂ ਬਾਈ ਹਿਮਸੈਲਫ ਆ ਰਿਗ ਆਊਟ ਲਾਈਕ ਦੈਟ ਆਫ ਕਾਲਾ ਖਾਨ। ਹੁਣ ਨੈਕਸਟ ਕੰਮ ਨੂੰ ਵਧੀਆ ਬਣਾ ਕੇ ਕੀ ਕਰਨਾ ਚਾਹੁੰਦਾ ਸੀ ਉਹ? ਡੈਂਟਿਸਟਰੀ। ਡੈਂਟਿਸਟ ਰਿਗ ਆਊਟ ਮੀਨਿੰਗ ਜਿੱਦਾਂ ਦੀ ਉਹ ਇਨਫੋਰਮਲ ਡਰੈਸ ਪਾਉਂਦਾ ਸੀ, ਕੱਪੜੇ ਪਹਿਨਦਾ ਸੀ, ਉਸ ਤਰ੍ਹਾਂ ਦੇ ਕੱਪੜੇ, ਡੈਂਟਿਸਟ ਵਰਗੇ, ਦੰਦਾਂ ਵਾਲੇ ਡਾਕਟਰ ਵਰਗੇ ਕੱਪੜੇ। ਹੂ ਹੀ ਸੈਡ ਪਰਫਾਰਮਡ ਮਰਾਈਕਲਸ ਇਨ ਦਾ ਟਾਊਨ। ਮਰਾਈਕਲ ਮੀਨਿੰਗ ਚਮਤਕਾਰ, ਜਿਹਦੇ ਬਾਰੇ ਉਸਨੇ ਕਿਹਾ ਕਿ ਉਹ ਚਮਤਕਾਰ ਕਰਦਾ ਸੀ। ਫਿਟਿੰਗ ਪੀਪਲ ਵਿਦ ਰੋਜ਼ ਆਫ ਟੀਥ ਐਂਡ ਈਵਨ ਨਿਊ ਆਈਜ਼, ਜਿਨ੍ਹਾਂ ਦੇ ਵਿੱਚ ਕਿ ਉਹ ਲੋਕਾਂ ਦੇ ਨਵੇਂ ਦੰਦ ਲਗਾ ਦਿੰਦਾ ਸੀ, ਦੰਦ ਵੀ ਲਗਾਉਂਦਾ ਸੀ ਅਤੇ ਨਵੀਆਂ ਅੱਖਾਂ ਵੀ ਲਗਾ ਦਿੰਦਾ ਸੀ। ਐਂਡ ਹੇਅਰ ਸਟਾਰਟਸ ਦਾ ਆਂਸਰ ਟੂ ਦਾ 6th question। What did Chandu tell the narrator about Kala Khan's appearance? Describe me to the appearance of Kala Khan, a young man with hair parted one side, ਇੱਕ ਪਾਸੇ ਨੂੰ ਉਹਦੇ ਵਾਲ ਵਾਏ ਹੁੰਦੇ, and dressed in a starched shirt, starch ਉਹਦੀ ਸ਼ਰਟ ਪਹਿਨੀ ਹੋਈ ਹੁੰਦੀ, with an ivory collar। ivory collar meaning bleach, ਹਾਥੀ ਦੰਦ ਬੋ ਟਾਈ ਹੁੰਦੀ ਉਹਦੇ ਲੱਗੀ, ਬਲੈਕ ਕੋਟ ਪਾਇਆ ਹੁੰਦਾ, ਸਟਰਾਈਪ ਟਰਾਊਜ਼ਰ ਤੇ ਧਾਰੀਦਾਰ ਪਜਾਮਾ, ਐਂਡ ਅ ਵੰਡਰਫੁਲ ਰਬੜ ਓਵਰਕੋਟ ਐਂਡ ਪੰਪਸ, ਅਤੇ ਉਸਦੇ ਇੱਕ ਓਵਰਕੋਟ ਪਾਇਆ ਹੁੰਦਾ, ਬੂਟ ਪਾਏ ਹੁੰਦੇ ਹਾਈ ਹੀਲ ਵਾਲੇ। ਇਹ ਸਾਰੇ ਕਾਊਂਟਡ ਮੀ ਟੂ ਦਾ ਸਕਿੱਲ ਵਿਦ ਵਿਚ ਦਿਸ ਮਜੀਸ਼ੀਅਨ ਅਨਪੈਕਡ ਐਨ ਅੰਗਰੇਜ਼ੀ ਲੈਦਰ ਹੈਂਡ ਬੈਗ। ਅਤੇ ਫਿਰ ਮੈਨੂੰ ਉਹ ਉਸ ਵਿਸਥਾਰ ਸਹਿਤ ਦੱਸਦਾ ਕਿ ਉਹ ਜਾਦੂਗਰ ਕਿਵੇਂ ਅੰਗਰੇਜ਼ੀ ਵਾਲਾ ਇੱਕ ਚਮੜੇ ਦਾ ਬੈਗ ਖੋਲ੍ਹਦਾ, ਐਂਡ ਫਲੋਰਿਸ਼ਿੰਗ ਸ਼ਾਈਨਿੰਗ ਸਟੀਲ ਇੰਸਟਰੂਮੈਂਟਸ, ਅਤੇ ਉਹਦੇ ਵਿੱਚੋਂ ਕੀ ਕੱਢਦਾ? ਚਮਕਦਾਰ ਆਪਣੇ ਸਟੀਲ ਦੇ ਇੰਸਟਰੂਮੈਂਟਸ ਕੱਢ। ਆਸਕ ਮਾਈ ਐਡਵਾਈਸ ਔਨ ਦਾ ਕੁਐਸਚਨ ਵੈਦਰ ਐਜ਼ ਅ ਬਾਰਬਰ ਐਜੂਕੇਟਡ ਟੂ ਦਾ 5th ਪ੍ਰਾਇਮਰੀ ਕਲਾਸ। ਫਿਰ ਉਸਨੇ ਮੇਰੀ ਇਹ ਤੋਂ ਪੁੱਛਿਆ ਕਿ ਕੀ ਮੈਂ 5ਵੀਂ ਪਾਸ ਇੱਕ ਬਾਰਬਰ। ਹੀ ਵੁੱਡ ਨਾਟ ਲੁੱਕ ਮੋਰ ਡਿਗਨੀਫਾਈਡ ਇਫ ਹੀ ਟੂ ਵੋਰ ਅ ਡਰੈਸ ਇਨ ਦਾ ਸਟਾਈਲ ਆਫ ਡਾਕਟਰ ਕਾਲਾ ਖਾਨ, ਕਿ ਜੇ ਮੈਂ ਵੀ ਡਾਕਟਰ ਕਾਲਾ ਖਾਨ ਵਰਗੀ ਡਰੈਸ ਪਾ ਲਵਾਂ ਤਾਂ ਮੈਂ ਜ਼ਿਆਦਾ ਵਧੀਆ ਨਹੀਂ ਲੱਗੂੰਗਾ। ਫਾਰ ਦੋ ਆਈ ਐਮ ਨਾਟ ਅ ਹਾਈਲੀ ਐਜੂਕੇਟਡ ਡਾਕਟਰ, ਭਾਵੇਂ ਮੈਂ ਇੱਕ ਡਾਕਟਰ ਨਹੀਂ ਹਾਂ। ਹੀ ਸੈਡ, ਉਸਨੇ ਕਿਹਾ, ਆਈ ਲਰਨਡ ਹਾਊ ਟੂ ਟ੍ਰੀਟ ਪੀਪਲਸ ਬੋਡੀਜ਼, ਕੱਟਸ ਔਨ ਪੀਪਲਸ ਬੋਡੀਜ਼ ਫਰੋਮ ਮਾਈ ਫਾਦਰ ਹੂ ਲਰਨਡ ਫਰੋਮ ਹਿਸ ਫਾਦਰ ਬਿਫੋਰ ਹਿਮ। ਕਿ ਮੈਂ ਸਾਰਾ ਪਿੰਪਲਸ ਦਾ ਟਰੀਟਮੈਂਟ ਕਰਨਾ, ਕਿ ਫਿੰਸੀਆਂ ਦਾ, ਕਿੱਲਾਂ ਦਾ, ਕੱਟਾਂ ਦਾ, ਸੜੇ ਹੋਈ ਜਗ੍ਹਾ ਵਾਲਾ ਸਰੀਰ ਦੇ ਉੱਪਰ ਉਸਦਾ ਇਲਾਜ ਕਰਨਾ ਜਾਂ ਕਟਸ ਦਾ ਇਲਾਜ ਕਰਨਾ, ਸਾਰਾ ਮੈਂ ਆਪਣੇ ਫਾਦਰ ਤੋਂ ਸਿੱਖਿਆ, ਜਿਸ ਤਰ੍ਹਾਂ ਨਹੀਂ ਕਿ ਆਪਣੇ ਫੋਰਫਾਦਰ ਤੋਂ ਸਿੱਖਿਆ ਸੀ। ਆਈ ਐਗਰੀਡ ਵਿਦ ਹਿਸ ਪ੍ਰੋਜੈਕਟ ਐਂਡ ਇਨਕਰੇਜਡ ਹਿਮ ਵਿਦ ਦ ਐਂਥੂਜ਼ੀਅਜ਼ਮ ਐਜ਼ ਆਈ ਫੈਲਟ ਫॉर ਐਵਰੀਥਿੰਗ ਦੈਟ ਮਾਈ ਹੀਰੋ ਥਾਟ ਔਰ ਡਿਡ। ਮੈਂ ਉਸਦੇ ਪ੍ਰੋਜੈਕਟ ਦੇ ਨਾਲ ਸਹਿਮਤ ਹੋਇਆ, ਉਸਦਾ ਹੌਸਲਾ ਵਧਾਇਆ ਉਸੇ ਜੋਸ਼ ਦੇ ਨਾਲ ਜਿਸ ਤਰ੍ਹਾਂ ਮੇਰਾ ਹੀਰੋ ਸੋਚਦਾ ਜਾਂ। ਵਨ ਡੇ I was thrilled to find at the door of my house in the morning। ਇੱਕ ਦਿਨ ਮੈਂ ਖੁਸ਼ ਹੋਇਆ ਜਦੋਂ ਮੈਂ ਆਪਣੇ ਦਰਵਾਜ਼ੇ ਵਿੱਚ ਦੇਖਿਆ ਚੰਦੂ ਨੂੰ। He was dressed up in a white turban, ਉਸਦੇ ਵਾਈਟ ਟਰਬਨ ਪਹਿਨੀ ਹੋਈ ਸੀ। A white rubber coat, little too big for him, ਜਿਹੜਾ ਥੋੜ੍ਹਾ ਜਿਹਾ ਵੱਡਾ ਸੀ ਉਸਦੇ ਲਈ, but nevertheless
ਵੈਰੀ ਸਪਲੈਂਡਿਡ, ਸਪਲੈਂਡਿਡ ਮੀਨਿੰਗ ਬੜਾ ਸ਼ਾਨਦਾਰ ਸੀ। ਪੇਅਰ ਆਫ ਪੰਪਸ, ਬੂਟਾਂ ਦਾ ਜੋੜਾ, in which I could see my face reflected clearly at the dark outline of the shoes, ਉਸ ਦੇ ਵਿੱਚੋਂ ਚਿਹਰਾ ਚਮਕਦਾ ਸੀ, ਚਿਹਰਾ ਦਿਖ ਸਕਦਾ ਸੀ। ਐਂਡ ਹੀ ਹੈਡ ਲੈਦਰ ਬੈਗ ਇਨ ਵਨ ਹੈਂਡ, ਦੂਸਰੇ ਹੱਥ ਵਿੱਚ ਉਸਦੇ ਲੈਦਰ ਬੈਗ ਸੀ। ਹੀ ਵਾਜ਼ ਸੈਟਿੰਗ ਆਫ ਔਨ ਹਿਜ਼ ਰਾਊਂਡ ਐਂਡ ਕਮ ਟੂ ਸ਼ੋ ਮੀ ਹਾਊ ਗ੍ਰੈਂਡ ਹੀ ਲੁਕਡ ਇਨ ਹਿਜ਼ ਨਿਊ ਰਿਗ ਆਊਟ। ਉਹ ਆਪਣੇ ਟੂਰ 'ਤੇ ਹੁਣ ਚੱਲਿਆ ਸੀ, ਕੰਮ 'ਤੇ ਚੱਲਿਆ ਸੀ ਅਤੇ ਮੈਨੂੰ ਦੱਸਣ ਆਇਆ ਸੀ, ਰਿਗ ਆਊਟ ਮੀਨਿੰਗ ਨਵੇਂ ਪਹਿਨੇ ਹੋਏ ਕੱਪੜਿਆਂ ਵਿੱਚ ਕਿੰਨਾ ਸੁੰਦਰ ਲੱਗਦਾ ਸੀ। ਮਾਰਵੈਲਸ, ਆਈ ਸੈਡ ਮਾਰਵੈਲਸ, ਕਹਿੰਦਾ ਮੈਂ ਕਿਹਾ ਬਹੁਤ ਸ਼ਾਨਦਾਰ। ਐਂਡ ਹੀ ਰਸ਼ਡ ਆਊਟ ਟੁਵਾਰਡਸ ਦ ਹਾਊਸ ਆਫ ਦ ਲੈਂਡਲੋਰਡ, ਫਿਰ ਉੱਥੋਂ ਸ਼ੌਂਕ ਦੇ ਨਾਲ, ਖੁਸ਼ੀ ਦੇ ਨਾਲ ਲੈਂਡਲੋਰਡ ਦੇ ਘਰ ਵੱਲ ਗਿਆ। whom he shaved every morning, ਜਿਸ ਨੂੰ ਹਰ ਸਵੇਰ ਸ਼ੇਵ ਕਰਦਾ ਸੀ। ਮਾਈਸੈਲਫ ਫੋਲਿੰਗ ਐਡਮਾਇਰਿੰਗਲੀ ਬਿਹਾਈਂਡ, ਅਤੇ ਮੈਂ ਉਸ ਦੀ ਪ੍ਰਸ਼ੰਸਾ ਕਰਦਾ ਹੋਇਆ ਉਹਦੇ ਪਿੱਛੇ ਗਿਆ। There were not many people in the street at that time, ਉਸ ਸਮੇਂ ਗਲੀ ਵਿੱਚ ਬਹੁਤੇ ਲੋਕ ਨਹੀਂ ਸਨ। So I alone witnessed the glory of ਚੰਦੂ, ਇਸ ਕਰਕੇ ਮੈਂ ਕੱਲ ਚੰਦੂ ਦੀ ਸ਼ਾਨ ਨੂੰ ਦੇਖਿਆ। Dressed up as a doctor, except of course that he himself seemed rather self-conscious as he stood or walked. ਉਹ ਕੀ ਹੈ, ਬੜਾ ਸ਼ਾਨਦਾਰ ਲੱਗਦਾ ਸੀ ਡਾਕਟਰ ਦੇ ਲਈ ਦੀ ਤਰ੍ਹਾਂ, ਭਾਵੇਂ ਕਿ ਉਹ ਆਪਣੇ ਆਪ ਦੇ ਵਿੱਚ ਉਹਦੇ ਸਵੈ ਚੇਤਨ ਲੱਗ ਰਿਹਾ ਸੀ, ਸੈਲਫ ਕੌਨਸ਼ੀਅਸ, ਜਦੋਂ ਹੀ ਉਹ ਆਕੜ ਕੇ ਗਲੀ ਵਿੱਚੋਂ ਚੱਲ ਰਿਹਾ ਸੀ। ਸਟਡ ਮੀਨਿੰਗ ਸਟੂਡ ਔਰ ਵਾਕ ਸਟੇਟਲੀ ਅਪ ਦਾ ਸਟਰੀਟ, carefully avoiding the tent of cow dung cakes which flow through the drains, ਅਤੇ ਗਲੀਆਂ ਦੇ ਵਿੱਚ ਗਾਂ ਦੇ ਗੋਹੇ ਤੋਂ ਬਚ ਕੇ ਚੱਲ ਰਿਹਾ ਸੀ, ਜਿਹੜਾ ਨਾਲੀਆਂ ਦੇ ਵਿੱਚ ਵਹਿ ਰਿਹਾ ਸੀ। ਡਰੇਨਸ ਮੀਨਿੰਗ ਨਾਲੀਆਂ। ਬਟ ਐਜ਼ ਵੀ ਐਂਟਰ ਦਾ ਹੋਮ ਆਫ ਦਾ ਲੈਂਡਲੋਰਡ ਵੀ ਮੈਟ ਦੇਵੀ, ਪਰ ਜਿਵੇਂ ਹੀ ਅਸੀਂ ਲੈਂਡਲੋਰਡ ਦੇ ਘਰ ਗਏ ਅਸੀਂ ਦੇਵੀ ਨੂੰ ਮਿਲੇ। ਦਾ ਲੈਂਡਲੋਰਡਸ ਲਿਟਲ ਸਨ, ਦੇਵੀ ਕੌਣ ਸੀ, ਲੈਂਡਲੋਰਡ ਦਾ ਛੋਟਾ ਲੜਕਾ, ਇਹ ਵੀ ਨੇਮ ਯਾਦ ਰੱਖਣਾ ਤੁਸੀਂ। ਉਹ ਕਲੈਪਡ ਹਿਜ਼ ਹੈਂਡਸ ਵਿਦ ਜੋਏ, ਜਿਹਨੇ ਖੁਸ਼ੀ ਨਾਲ ਤਾੜੀ ਵਜਾਈ। ਐਂਡ ਸ਼ਾਊਟਡ ਟੂ ਅਨਾਊਂਸ ਦ ਕਮਿੰਗ ਆਫ ਚੰਦੂ ਦਾ ਬਾਰਬਰ, ਅਤੇ ਜਿਸ ਨੇ ਬੜੀ ਉੱਚੀ ਆਵਾਜ਼ ਵਿੱਚ ਖੁਸ਼ ਹੋ ਕੇ ਕਿਹਾ ਕਿ ਚੰਦੂ ਬਾਰਬਰ, ਚੰਦੂ ਆ ਗਿਆ ਹੈ। ਇਨ ਅ ਬਿਊਟੀਫੁਲ ਹੀਰੋਇਕ ਡਰੈਸ, ਬੜੀ ਖੂਬਸੂਰਤ ਡਰੈਸ ਦੇ ਵਿੱਚ ਆ ਰਿਹਾ ਸੀ। ਲਾਈਕ ਦੈਟ ਆਫ ਪਾਦਰੀ ਸਾਹਿਬ ਆਫ ਦਾ ਮਿਸ਼ਨ ਸਕੂਲ, ਉਹਦੀ ਡਰੈਸ ਉਹਨੂੰ ਕਿਸ ਤਰ੍ਹਾਂ ਦੀ ਲੱਗੀ, ਜਿਸ ਤਰ੍ਹਾਂ ਕਿ ਮਿਸ਼ਨ ਸਕੂਲ ਦੇ ਪਾਦਰੀ ਸਾਹਿਬ ਡਰੈਸ ਪਾਉਂਦੇ ਹਨ। ਦਿਸ ਵਾਜ਼ ਰਾਮ ਸੈਡ ਵਿਜੇ ਚੰਦ ਦਾ ਬਲੀ ਲੈਂਡਲੋਰਡ, ਮੀਨਿੰਗ ਮਸਕੂਲਰ, ਬੜਾ ਜਿਹੜਾ ਭਾਰਾ ਸੀ, ਭਾਰੀ ਭਰਕਮ ਜ਼ਿਮੀਂਦਾਰ ਸੀ ਵਿਜੇ ਚੰਦ। ਉਸਨੇ ਕਿਹਾ ਰਾਮ ਰਾਮ, ਟਚਿੰਗ ਦਾ ਸੈਕਰਡ ਥ੍ਰੈਡ ਵਿਚ ਹੰਗ ਓਵਰ ਹਿਜ਼ ਈਅਰ ਸਿੰਸ ਹੀ ਹੈਡ ਜਸਟ ਬੀਨ ਟੂ ਲੈਬੋਰੇਟਰੀ, ਉਹਨੇ ਆਪਣਾ ਪਵਿੱਤਰ ਧਾਗਾ ਜਿਹੜਾ ਉਹਦੇ ਕੰਨ ਦੇ ਉੱਪਰ ਲਟਕਾਇਆ ਹੋਇਆ ਸੀ ਆਪਣੇ, ਕਿਉਂਕਿ ਹੁਣੇ ਉਹ ਪਖਾਨੇ ਤੋਂ ਆਇਆ ਸੀ। ਦ ਸਨ ਆਫ ਅ ਪਿਗ, ਉਹ ਕਹਿੰਦਾ ਸੂਰ ਦਾ ਬੱਚਾ। ਹੀ ਇਜ਼ ਬ੍ਰਿੰਗਿੰਗ ਅ ਲੈਦਰ ਬੈਗ ਆਫ ਕਾਊ ਹਾਈਡ ਇਨਟੂ ਆਵਰ ਹਾਊਸ, ਗਾਂ ਦੀ ਖਲ ਦਾ ਬੈਗ ਲੈ ਕੇ ਸਾਡੇ ਅੰਦਰ ਆਇਆ, ਅਤੇ ਕੋਟ ਐਂਡ ਅ ਕੋਟ ਆਫ ਮੈਰੋ ਆਫ ਆਈ ਡੋਂਟ ਨੋ, ਅਤੇ ਕੋਟ ਪਤਾ ਨਹੀਂ ਕਿਸ ਜਾਣ, ਸਮ ਅਦਰ ਐਨੀਮਲਸ ਐਂਡ ਦੋਜ਼ ਈਵਲ ਬਲੈਕ ਅੰਗਰੇਜ਼ ਸ਼ੂਜ਼, ਅਤੇ ਉਹ ਭੈੜੇ ਅੰਗਰੇਜ਼ਾਂ ਵਾਲੇ ਕਾਲੇ ਜੁੱਤੀ। ਗੈਟ ਆਊਟ ਯੂ ਸਨ ਆਫ ਅ ਡੈਵਲ, ਤੂੰ ਸ਼ੈਤਾਨ ਦੇ ਬੱਚੇ। ਯੂ ਵਿਲ ਡਿਫਾਈਲ ਮਾਈ ਰਿਲੀਜਨ, ਤੂੰ ਮੇਰੇ ਧਰਮ ਨੂੰ ਅਪਵਿੱਤਰ ਕਰ ਦੇਂਗਾ। ਆਈ ਸਪੋਜ਼ ਯੂ ਹੈਵ ਨੋ ਫੀਅਰ ਆਫ ਐਨੀ ਵਨ ਨਾਓ ਦੈਟ ਯੂਰ ਫਾਦਰ ਇਜ਼ ਡੈਡ, ਮੈਨੂੰ ਲੱਗਦਾ ਹੁਣ ਤੇਰਾ ਪਿਤਾ ਮਰ ਚੁੱਕਿਆ, ਤੈਨੂੰ ਕਿਸ ਦਾ ਡਰ ਨਹੀਂ ਹੈ। ਬਟ ਆਈ ਐਮ ਵੀਅਰਿੰਗ ਦ ਕਲੋਥਸ ਆਫ ਡਾਕਟਰ ਜਗੀਰਦਾਰ ਸਾਹਿਬ, ਸੈਡ ਚੰਦੂ, ਚੰਦੂ ਨੇ ਕਿਹਾ ਕਿ ਜਗੀਰਦਾਰ ਸਾਹਿਬ ਦੇ ਕੱਪੜੇ ਪਾਏ ਹੋਏ। ਗੋ ਅਵੇ ਯੂ ਸਵਾਈਨ, ਗੋ ਅਵੇ ਐਂਡ ਵੀਅਰ ਬਿਫਿਟਿੰਗ ਯੂਰ ਲੋ ਸਟੇਟਸ ਐਜ਼ ਅ ਬਾਰਬਰ, ਕਹਿੰਦਾ ਤੂੰ ਸੂਰ ਚਲਾ ਜਾ, ਦਫਾ ਹੋ ਜਾ, ਤੇ ਨਾਈ ਵਾਲੇ ਕੱਪੜੇ ਪਾ। ਐਂਡ ਡੋਂਟ ਲੈਟ ਮੀ ਸੀ ਯੂ ਪ੍ਰੈਕਟਾਈਜ਼ਿੰਗ ਐਨੀ ਆਫ ਯੂਰ ਨਿਊ ਫੈਂਗਰ ਔਰ ਐਲਸ ਆਈ ਵਿਲ ਹੈਵ ਫੈਂਗਲ ਨੋਸ਼ਨ, ਅਤੇ ਨਾ ਹੀ ਮੈਨੂੰ ਆਪਣੇ ਨਵੇਂ ਫੈਸ਼ਨ ਦੀਆਂ ਗੱਲਾਂ ਬਾਰੇ ਦੱਸ, ਅਤੇ ਨਹੀਂ ਤਾਂ ਮੈਂ ਤੇਰੇ ਕੋੜੇ ਮਾਰਾਂਗਾ। ਬਟ ਵਿਜੇ ਚੰਦ ਸਾਹਿਬ, ਚੰਦੂ ਨੇ ਅਪੀਲ ਕੀਤੀ, ਵਿਜੇ ਚੰਦ ਸਾਹਿਬ, ਗੈਟ ਅਵੇ ਯੂ ਯੂਜ਼ਲੈਸ ਵਨ, ਦ ਲੈਂਡਲੋਰਡ ਸ਼ਾਊਟਡ, ਲੈਂਡਲੋਰਡ ਨੇ ਉਸਨੂੰ ਕਿਹਾ ਦਫਾ ਹੋ ਜਾ, ਤੂੰ ਬੇਕਾਰ ਹੈ। ਡੋਂਟ ਕਮ ਐਨੀ ਨੀਅਰ ਔਰ ਵੀ ਵਿਲ ਹੈਵ ਟੂ ਟ੍ਰੀਟ ਦ ਹੋਲ ਹਾਊਸ ਵਿਦ ਦ ਸੈਕਰਡ ਕਾਊ ਡੰਗ ਟੂ ਪਿਊਰੀਫਾਈ ਇਟ, ਹੁਣ ਮੇਰੇ ਨੇੜੇ ਨਾ ਆਈ, ਨਹੀਂ ਤਾਂ ਸਾਨੂੰ ਸਾਰਾ ਘਰ ਕੀ ਹੈ, ਗਾਂ ਦੇ ਗੋਹੇ ਨਾਲ ਦੁਬਾਰਾ ਲਿਪਣਾ ਪਏਗਾ। ਚੰਦੂ ਰਿਟਰਨ, ਚੰਦੂ ਵਾਪਸ ਚਲਾ ਗਿਆ। ਹਿਜ਼ ਫੇਸ ਵਾਜ਼ ਫਲਸ਼ਡ ਰੈਡ ਡਿਊ ਟੂ ਇਨਸਲਟ, ਡਿਊ ਟੂ ਇਮੋਸ਼ਨਸ, ਉਸ ਦਾ ਚਿਹਰਾ ਲਾਲ ਹੋ ਗਿਆ। ਹੀ ਵਾਜ਼ ਕੰਪਲੀਟਲੀ ਟੇਕਨ ਅਬੈਕ, ਉਸਨੂੰ ਪੂਰੀ ਤਰ੍ਹਾਂ ਧੱਕਾ ਲੱਗਾ। ਹੀ ਡਿਡ ਨਾਟ ਲੁੱਕ ਐਟ ਮੀ ਬਿਕੋਜ਼ ਆਫ ਦ ਸ਼ੇਮ ਹੀ ਫੈਲਟ ਐਟ ਬੀਂਗ ਇਨਸਲਟਡ ਬਿਫੋਰ ਮੀ, ਉਹ ਮੇਰੇ ਵੱਲ ਨਹੀਂ ਸੀ ਦੇਖ ਰਿਹਾ ਜਿਹੜੀ ਉਸਦੀ ਬੇਇੱਜ਼ਤੀ ਮੇਰੇ ਸਾਹਮਣੇ ਹੋਈ ਸੀ ਉਸ ਕਰਕੇ। ਹੂਜ਼ ਹੀਰੋ ਹੀ ਨਿਊ ਵਾਜ਼, ਐਂਡ ਹੀ ਰਸ਼ ਟੁਵਾਰਡ ਦ ਸ਼ਾਪ ਆਫ
थानू राम द शाहूकार ऑफ द विलेज। हुण एक करैक्टर होर है थानू राम, उसकी शॉप वाल चला जाता, ग्रोसरी शॉप एट द कॉर्नर ऑफ द लेन, जिहदी के कोने पंसारी की दुकान सी। देवी द लैंडलॉर्ड सन हैड बिगन टू क्राई एट हिज फादरस हार्श वर्ड्स। देवी जिहड़ा कि लैंडलॉर्ड दा पुत्तर सी, उसने चीकना शुरू कर दिता अपने पिता के तिखे शब्दों ते। एंड आई स्टॉप टू क्वाइटन हिम, मैं उसनू चुप करने लई गया। When I got to the head of the lane, I saw Shahukar with one end of the scale in which he had been weighing grain lifted in one hand. मैं देखा कि शाहूकार तकड़ी अनाज तोड़ रहा सी, वेग भी नहीं तोलना, ग्रेन अनाज एक हथ विच पकड़िया होया सी, स्केल तकड़ी। अब्यूजिंग चंदू इन द फाउलेस्ट वे, शाहूकार भी चंदू नूं झिड़क रहा सी बड़े गंदे तरीके नाल। यू लिटिल स्वाइन, यू गो disguising yourself as a clown when you ought to be bearing your responsibilities and looking after your old mother. तू सूर, तू अपने आप ਨੂੰ डिसगाइज कर रहा है जोकर की तरह, ਜਦੋਂ कि ਤੈਨੂੰ अपनी माता की देखभाल करनी चाहिए ਤੇ ਜ਼ਿੰਮੇਵਾਰੀਆਂ पूरियां करनियां चाहिए। You go wearing the defiled clothes of the hospital folk, तू ਹਸਪਤਾਲ ਵਾਲਿਆਂ ਦੇ ਸਿੱਟੇ ਹੋਏ ਕੱਪੜੇ ਪਾ ਰਿਹਾ। Go and come back in your own clothes, ਆਪਣੇ ਕੱਪੜਿਆਂ ਵਿੱਚ ਵਾਪਸ ਆ। Then shall let you cut my hair, ਤਾਂ ਮੈਂ ਤੈਨੂੰ ਆਪਣੇ ਵਾਲ ਕੱਟਣ ਦੇਵਾਂਗਾ। And as he said so, he felt for the ritual tough knot on the top of his head. ਧਾਰਮਿਕ ਜਿਹੜੀ ਉਹਨੂੰ ਰਵਾਇਤੀ ਬੋਦੀ ਦੀ ਗੰਢ ਨੂੰ ਉਹਨੇ ਛੂਹਿਆ। ਚੰਦੂ looked very crestfallen, ਚੰਦੂ ਸੈਡ ਹੋ ਗਿਆ, ਉਦਾਸ ਹੋ ਗਿਆ ਨਿਰਾਸ਼ਾ ਦੇ ਕਰਕੇ। and ran in a wild race past, ਬੜੇ ਗੁੱਸੇ, as if I had been responsible for these mishaps, ਜਿਸ ਤਰ੍ਹਾਂ ਕਿ ਇਹ ਸਾਰੀਆਂ ਗੱਲਾਂ ਦੇ ਲਈ मैं जिम्मेवार होवां। एंड आई नीयर थिंक दैट ही हेटेड मी नाउ जस्ट बिकॉज आई बिलोंग टू ए सुपीरियर कास्ट, ਅਤੇ ਮੈਨੂੰ ਹੁਣ ਇਸ ਗੱਲ ਦਾ ਅਫਸੋਸ ਹੋ ਰਿਹਾ ਸੀ, ਮੈਂ ਵੱਡੀ ਜਾਤ ਦਾ ਹੋਣ ਕਰਕੇ ਮੇਰੇ ਨਾਲ ਉਹ ਨਫ਼ਰਤ ਕਰਦਾ ਸੀ। ਗੋ ਟੂ ਪੰਡਿਤ ਪਰਮਾਨੰਦ, ਆਈ ਸ਼ਾਊਟਡ ਆਫਟਰ ਹਿਮ ਐਂਡ ਟੈਲ ਹਿਮ ਦੈਟ these garments you are wearing are not unclean। ਮੈਂ ਉਹਨੂੰ ਕਿਹਾ ਕਿ ਤੂੰ ਪੰਡਿਤ ਪਰਮਾਨੰਦ ਕੋਲ ਜਾ ਕਿ ਕੱਪੜੇ ਅਨਕਲੀਨ ਨਹੀਂ ਹਨ, ਇਹ ਕੱਪੜੇ ਜਿਹੜੇ ਆ ਉਹ ਗੰਦੇ ਨਹੀਂ ਹਨ। ਹੋ ਸੋ ਯੂ ਆਰ ਇਨ ਲੀਗ ਵਿਦ ਹਿਮ, ਤਾਂ ਉਹਨੇ ਤੇਰੀ ਉਹਨਾਂ ਨਾਲ ਲੀਗ ਹੈ, ਯੂਨੀਅਨ ਤੂੰ ਮਿਲਿਆ। ਸੈਡ ਪੰਡਿਤ ਪਰਮਾਨੰਦ, ਪੰਡਿਤ ਪਰਮਾਨੰਦ ਨੇ ਕਿਹਾ। ਅਮਰਜਿੰਗ ਫਰੋਮ ਦ ਲੈਂਡਲॉर्ड्स ਹਾਊਸ, ਲੈਂਡਲॉर्ड ਦੇ ਘਰ ਤੋਂ ਆਉਂਦਿਆਂ ਹੋਇਆਂ। ਵੇਅਰ ਹੀ ਹੈਡ ਬੀਨ ਐਪਰੈਂਟਲੀ ਸਮਨ ਟੂ ਡਿਸਕਸ ਦਿਸ ਅਨਹੋਲੀ ਐਮਰਜੈਂਸੀ, ਜਿੱਥੇ ਉਸਨੇ ਉਸਨੂੰ ਇਹ ਅਪਵਿੱਤਰ ਐਮਰਜੈਂਸੀ ਨੂੰ ਦੀ ਬਾਰੇ ਗਾਇਆ ਗਿਆ ਸੀ। ਯੂ ਬॉयਜ਼ ਹੈਵ ਬੀਨ ਸਪਾਇਲਡ ਬਾਈ ਦ ਸਕੂਲ ਐਜੂਕੇਸ਼ਨ, ਤੁਹਾਨੂੰ ਸਾਰੇ ਬੱਚਿਆਂ ਨੂੰ ਸਕੂਲ ਦੀ ਸਿੱਖਿਆ ਨੇ ਖਰਾਬ ਕਰ ਦਿੱਤਾ ਹੈ। because you are going to be a learned man, but what right has that low cost boy to such appall? ਪਰ ਕਿਉਂਕਿ ਤੁਸੀਂ ਹੁਣ ਪੜ੍ਹ ਲਿਖ ਗਏ ਹੋ, ਪਰ ਉਸ ਛੋਟੀ ਜਾਤ ਦੇ ਲੜਕੇ ਦਾ ਅਪੈਰਲ ਮੀਨਿੰਗ ਇਸ ਤਰ੍ਹਾਂ ਦੇ ਕੱਪੜੇ ਪਹਿਨਣ ਦਾ ਕੀ ਹੱਕ? why did Vijay Chand the landlord turn Chandu out of this? is answer to the 7th question, because he was bringing a leather bag of cowhide and a coat of marrow of some animal and those evil black Angrezi shoes. Did the Shahukar think about Chandu's wearing clothes like a doctor? This is answer to the 8th question. Shahukar abused Chandu in the foulest way and asked him not wear the defiled clothes of the hospital folk. And 9th question, why had landlord summoned Pandit Paramanand? Pandit Paramanand had been summoned to discuss the unholy emergency, and in which Chandu had ended by wearing English clothes and a doctor's dress and a ride to the low cost buy to such apparel. From your book, and next part of the chapter will be in the next video. Up to this, you have to complete your lessons and you have to listen the video and also to write answer from the PDF after listening these in the next video.